ਸਾਰੀ ਜਿਹੜੀ ਇਹ ਘਟਨਾ ਵਾ ਇਹ ਸੋਚੀ ਸਮਝੀ ਘਟਨਾ ਵਾ। ਜਿਹੜੀ ਯੂਪੀ ਸਰਕਾਰ ਆ ਉਹ ਆਰਐਸਐਸ ਦੇ ਏਜੰਡੇ ਤੇ ਚੱਲ ਰਹੀ ਆ। ਜਿਹੜੀ ਆਰਐਸਐਸ ਆ ਉਹਦਾ ਏਜੰਡਾ ਵਾ ਕਿ ਪਹਿਲਾਂ ਮੁਸਲਮਾਨਾਂ ਤੇ ਅਤਿਆਚਾਰ ਕੀਤਾ, ਫਿਰ ਦਲਿਤਾਂ ਤੇ, ਫਿਰ ਉਹਨਾਂ ਨੇ ਸਿੱਖ ਕੌਮ ਤੇ ਅਤਿਆਚਾਰ ਕਰਨ ਲਈ ਪਲੈਨਿੰਗ ਕੀਤੀ ਹੋਈ ਆ। ਦਲਿਤ ਭਾਈਚਾਰੇ ਨੂੰ ਤੁਸੀਂ ਹਿੰਦੂਇਜ਼ਮ ਦਾ ਹਿੱਸਾ ਮੰਨਦੇ ਹੋ? ਇਹਨੂੰ ਮੈਂ ਸਾਫ਼ ਤੌਰ ਤੇ ਕਹੂੰਗਾ ਕਿ ਇਹ ਦਲਿਤ ਵਿਰੋਧੀ ਨੇ, ਇਹ ਮੁਸਲਮਾਨ ਵਿਰੋਧੀ ਨੇ। ਇਹਨਾਂ ਦਾ ਇੱਕੋ ਹੀ ਨਾਰਾ ਵਾ ਕਿ ਹਿੰਦੁਸਤਾਨ ਨੂੰ ਗਠਿਤ ਕੀਤਾ ਜਾਵੇ। ਮੰਤਰੀ ਜਦੋਂ ਕਹਿੰਦੇ ਆ ਕਿ ਅਸੀਂ ਹਿੰਦੂ ਰਾਸ਼ਟਰ ਬਣਾਉਣਾ, ਤੁਸੀਂ ਉਹਦੇ ਨਾਲ ਸਹਿਮਤ ਹੋ? ਅਸੀਂ ਉਹਦਾ ਵਿਰੋਧ ਕਰਦੇ ਹਾਂ, ਕਿਉਂਕਿ ਦੇਖੋ ਹਿੰਦੂ ਰਾਸ਼ਟਰ 'ਚ ਜੇ ਆਪਾਂ ਗੱਲ ਕਰੀਏ ਤੇ ਸਿੱਖ ਕੌਮ ਵੀ ਆਉਂਦੀ ਆ, ਦਲਿਤ ਕੌਮ ਵੀ ਆਉਂਦੀ ਆ, ਮੁਸਲਮਾਨ ਭਾਈਚਾਰਾ ਵੀ ਆਉਂਦਾ ਵਾ। ਮੈਂ ਪਹਿਲਾਂ ਵੀ ਕਹਿ ਕੇ ਹਟਿਆ ਕਿ ਸਾਰੀਆਂ ਜਾਤਾਂ ਦੇ ਨਾਲ ਹੀ ਸਾਡਾ ਭਾਰਤ ਬਣਦਾ ਵਾ। ਮੇਰੇ ਵੀਰ ਇੱਥੇ ਖੜੇ ਆ, ਜਿੰਨੇ ਪੜ੍ਹੇ ਲਿਖੇ ਲੋਕ ਆ, ਜਦ ਵੀ ਉਹ ਆਪਣੀ ਜੋਬ ਭਰਦਾ ਸਰਕਾਰੀ ਤੌਰ ਤੇ, ਉੱਥੇ ਰਿਲੀਜਨ ਦਾ ਜਦੋਂ ਵੀ ਬਟਨ ਦੱਬਿਆ ਜਾਂਦਾ ਉੱਥੇ ਇੱਕੋ ਹੀ ਬਟਨ ਦੀ ਆਪਸ਼ਨ ਆਉਂਦੀ ਹੈ ਹਿੰਦੂ, ਕਿ ਤਾਂ ਕਿ ਵੋਟ ਗਿਣਤੀ ਹਿੰਦੂ ਦੀ ਵਧੇ। ਜੇ ਤੁਸੀਂ ਦੋ ਭਰਾ ਹੋ, ਜੇ ਤੁਹਾਡੇ ਹਿੱਸੇ 'ਚ ਜਿੰਨੀ ਜ਼ਮੀਨ ਆਈ ਆ, ਜੇ ਤੁਸੀਂ ਆਪਣੀ ਉਸ ਜ਼ਮੀਨ ਦੇ ਹੱਕਦਾਰ ਹੈਗੇ ਆ ਤੇ ਤੁਸੀਂ ਆਪਣਾ ਹੱਕ ਜਤਾਓਗੇ। ਜੇ ਸਾਡੇ ਹੱਕ 'ਚ ਆਰਕਸ਼ਣ ਆਇਆ ਵਾ ਤੇ ਅਸੀਂ ਹੱਕ ਜਤਾ ਰਹੇ ਆ। ਇਹ ਨਹੀਂ ਕਿ ਤੁਸੀਂ ਆਪਣੀ ਵੀ ਜ਼ਮੀਨ ਛੱਡ ਦੋਗੇ, ਅਸੀਂ ਵੀ ਆਪਣਾ ਆਰਕਸ਼ਣ ਨਹੀਂ ਛੱਡ ਸਕਦੇ। ਕਾਂਗਰਸ ਸਰਕਾਰ ਸੀ, ਦਲਿਤਾਂ ਦਾ ਕਿੰਨਾ ਕੀ ਬੁਰਾ ਹਾਸ਼ਰ ਹੁੰਦਾ ਸੀ, ਕਿੰਨਾ ਕੀ ਮੁਸਲਮਾਨਾਂ ਦਾ ਬੁਰਾ ਹਾਸ਼ਰ ਹੁੰਦਾ ਸੀ, ਕਿੰਨਾ ਕੀ ਸਿੱਖ ਭਾਈਚਾਰੇ ਨਾਲ ਬੁਰਾ ਹਾਸ਼ਰ ਹੁੰਦਾ ਸੀਗਾ, ਜਿੰਨਾ ਬੀਜੇਪੀ ਦੀ ਸਰਕਾਰ 'ਚ ਕੀਤਾ ਜਾਂਦਾ। ਜਦ ਦੀ ਜੋਗੀ ਸਰਕਾਰ ਆਈ ਆ ਉਦੋਂ ਦੇ ਘਿਨਾਉਣੇ ਕੰਮ ਹੋ ਰਿਹਾ, ਕਈ ਦਬਾਅ ਦਿੱਤੇ ਜਾਂਦੇ, ਉਹਨਾਂ ਦੇ ਪਰਿਵਾਰਾਂ ਨੂੰ ਪ੍ਰੈਸ਼ਰਾਈਜ਼ ਕੀਤਾ ਜਾਂਦਾ, ਉਹਨਾਂ ਦੇ ਪਰਿਵਾਰਾਂ ਨੂੰ ਮਾਰਨ ਦੀ ਧਮਕੀਆਂ ਦਿੱਤੀਆਂ ਜਾਂਦੀਆਂ, ਜਿਹੜੇ ਉਹਨਾਂ ਦੇ ਇਨਕਮ ਸੋਰਸ ਆ ਉਹਨਾਂ ਨੂੰ ਖਤਮ ਕੀਤਾ ਜਾਂਦਾ ਵਾ। ਦਲਿਤ ਸਮਾਜ ਦੇਸ਼ ਦੀ ਰੀੜ੍ਹ ਦੀ ਹੱਡੀ ਹੈ। ਹਾਲਾਂਕਿ ਇਹ ਵੀ ਬੜੀ ਚਰਚਾ ਹੈ ਕਿ ਦਲਿਤ ਸ਼ਬਦ ਵੀ ਕਿਉਂ ਵਰਤਿਆ ਜਾਵੇ। ਬਹੁਤ ਸਾਰੇ ਹੋਰ ਵਿਕਲਪ ਦਿੱਤੇ ਗਏ ਕਿ ਬਹੁਜਨ ਸ਼ਬਦ ਵਰਤ ਲਿਆ ਜਾਵੇ ਜਾਂ ਹੋਰ ਬਹੁਤ ਸਾਰੇ ਸ਼ਬਦ ਨੇ। ਤਾਂ ਸਮਾਨਤਾ ਦੀ ਗੱਲ ਹੈ। ਅੱਜ ਯੂਪੀ 'ਚ ਜੋ ਹੋਇਆ, ਹਾਥਰਸ 'ਚ ਜੋ ਹੋਇਆ, ਬੜੀ ਸ਼ਰਮ ਦੀ ਗੱਲ ਹੈ ਕਿ ਉਹਨੂੰ ਕੁਝ ਪਾਰਟੀਆਂ ਡਿਫੈਂਡ ਕਰਨ ਦੀ ਕੋਸ਼ਿਸ਼ ਕਰਦੀਆਂ। ਅੱਜ ਪੰਜਾਬ ਬੰਦ ਦੀ ਕਾਲ ਸੀਗੀ, ਲੁਧਿਆਣਾ ਦੇ ਘੰਟਾ ਘਰ ਚੌਂਕ ਦੇ ਵਿੱਚ ਅਸੀਂ ਮੌਜੂਦ ਹਾਂ। ਕੁਝ ਨੌਜਵਾਨ ਨੇ, ਥੋੜੇ ਪਿੱਛੇ ਹੋ ਜਾਓ ਬਾਈ ਜੀ, ਆਪਾਂ ਗੱਲਬਾਤ ਕਰਦੇ ਹਾਂ। ਤੁਹਾਨੂੰ ਕੀ ਲੱਗਦਾ ਹੈ ਕਿ ਜੋ ਹਾਥਰਸ ਦੇ ਵਿੱਚ ਹੋਇਆ ਹੈ ਉਹਨੂੰ ਇੰਡੀਵਿਜੂਅਲ ਘਟਨਾ ਮੰਨਦੇ ਹੋ ਜਾਂ ਇੱਕ ਮਾਨਸਿਕਤਾ ਜਿਹੜੀ ਉਹ ਰੂਲ ਕਰ ਰਹੀ ਹੈ ਹੁਣ? ਇਹ ਦੇਖੋ ਜੀ, ਸਾਰੀ ਜਿਹੜੀ ਇਹ ਘਟਨਾ ਵਾ ਇਹ ਸੋਚੀ ਸਮਝੀ ਘਟਨਾ ਵਾ। ਜਿਹੜੀ ਯੂਪੀ ਸਰਕਾਰ ਆ ਉਹ ਆਰਐਸਐਸ ਦੇ ਏਜੰਡੇ ਤੇ ਚੱਲ ਰਹੀ ਆ। ਜਿਹੜੀ ਆਰਐਸਐਸ ਆ ਉਹਦਾ ਏਜੰਡਾ ਵਾ ਕਿ ਪਹਿਲਾਂ ਮੁਸਲਮਾਨਾਂ ਤੇ ਅਤਿਆਚਾਰ ਕੀਤਾ, ਫਿਰ ਦਲਿਤਾਂ ਤੇ, ਫਿਰ ਉਹਨਾਂ ਨੇ ਸਿੱਖ ਕੌਮ ਤੇ ਅਤਿਆਚਾਰ ਕਰਨ ਲਈ ਪਲੈਨਿੰਗ ਕੀਤੀ ਹੋਈ ਆ। ਜੇ ਆਪਾਂ ਕਹੀਏ ਕਿ ਇਹ ਕੋਈ ਘਟਨਾ ਸੋਚੀ ਸਮਝੀ ਚਾਲ ਆ ਤਾਂ ਸੱਚ 'ਚ ਹੀ ਸੋਚੀ ਸਮਝੀ ਚਾਲ ਆ, ਜਿਹਦੇ ਵਿੱਚ ਜੋਗੀ ਰਾਜ ਦਾ ਪੂਰਾ ਹੱਥ ਆ, ਯੋਗੀ ਸਰਕਾਰ ਦਾ ਹੱਥ ਆ। ਜੇ ਉਸ ਦਾ ਹੱਥ ਨਾ ਹੁੰਦਾ ਤੇ ਹਜੇ ਤੱਕ ਕੋਈ ਵੀ ਇਨਸਾਫ ਨਹੀਂ ਮਿਲਿਆ। ਕੋਈ ਵੀ ਬੀਜੇਪੀ ਦਾ, ਕੋਈ ਵੀ ਆਰਐਸ ਦਾ ਕੋਈ ਵੀ ਲੀਡਰ ਅੱਗੇ ਨਹੀਂ ਆਇਆ। ਅੱਜ ਵੀ ਜੇ ਪੰਜਾਬ ਦੀ ਆਪਾਂ ਗੱਲ ਕਰੀਏ ਤੇ ਪੰਜਾਬ 'ਚ ਕੋਈ ਬੀਜੇਪੀ ਦਾ ਲੀਡਰ ਅੱਗੇ ਆਇਆ? ਅੱਜ ਵੀ ਬੀਜੇਪੀ ਦਾ ਕੋਈ ਲੀਡਰ ਨਹੀਂ ਅੱਗੇ ਆ ਰਿਹਾ। ਉਹਨਾਂ ਨੇ ਕੀ ਆਪਣੀ ਇੱਕ ਅਲੱਗ ਚਾਲ ਚੱਲਦੀ ਕਿ ਜਿਹੜਾ ਵਜ਼ੀਫੇ ਵਾਲੀ ਆ ਧਰਨਾ ਦੇ ਲਈ ਦਲਿਤਾਂ ਦਾ ਧਿਆਨ ਭਟਕਾਉਣ ਵਾਸਤੇ ਅੱਜ ਅਲੱਗ ਤੋਂ ਧਰਨਾ ਦੇਣ ਦਾ ਇੱਕ ਪਲਾਨ ਕਰ ਲਿਆ। ਇਹਨੂੰ ਮੈਂ ਸਾਫ਼ ਤੌਰ ਤੇ ਕਹੂੰਗਾ ਕਿ ਇਹ ਦਲਿਤ ਵਿਰੋਧੀ ਨੇ, ਇਹ ਮੁਸਲਮਾਨ ਵਿਰੋਧੀ ਨੇ। ਇਹਨਾਂ ਦਾ ਇੱਕੋ ਹੀ ਨਾਰਾ ਵਾ ਕਿ ਹਿੰਦੁਸਤਾਨ ਨੂੰ ਗਠਿਤ ਕੀਤਾ ਜਾਵੇ, ਜਦ ਕਿ ਹਿੰਦੁਸਤਾਨ ਸਾਰੀਆਂ ਹੀ ਜਾਤਾਂ ਦਾ, ਸਾਰੇ ਹੀ ਲੋਕਾਂ ਦਾ ਸਥਾਨ ਆ। ਇਸ ਨੂੰ ਭਾਰਤ ਨਾਮ ਦਿੱਤਾ ਗਿਆ ਵਾ। ਸਿਰਫ ਇਹ ਹਿੰਦੁਸਤਾਨ ਨੂੰ ਹੀ ਗਠਿਤ ਕਰਨਾ ਚਾਹੁੰਦੇ ਆ ਕਿ ਕੋਈ ਹੋਰ ਜਾਤ ਅੱਗੇ ਨਾ ਆਵੇ। ਸਭ ਦੇ ਅਤਿਆਚਾਰ ਕਰਕੇ ਹਿੰਦੁਸਤਾਨ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਆ। ਜਿਹੜਾ ਪ੍ਰਧਾਨ ਮੰਤਰੀ ਜਦੋਂ ਕਹਿੰਦੇ ਆ ਕਿ ਅਸੀਂ ਹਿੰਦੂ ਰਾਸ਼ਟਰ ਬਣਾਉਣਾ, ਤੁਸੀਂ ਉਹਦੇ ਨਾਲ ਸਹਿਮਤ ਹੋ? ਅਸੀਂ ਉਹਦਾ ਵਿਰੋਧ ਕਰਦੇ ਹਾਂ, ਕਿਉਂਕਿ ਦੇਖੋ ਹਿੰਦੂ ਰਾਸ਼ਟਰ 'ਚ ਜੇ ਆਪਾਂ ਗੱਲ ਕਰੀਏ ਤੇ ਸਿੱਖ ਕੌਮ ਵੀ ਆਉਂਦੀ ਆ, ਦਲਿਤ ਕੌਮ ਵੀ ਆਉਂਦੀ ਆ, ਮੁਸਲਮਾਨ ਭਾਈਚਾਰਾ ਵੀ ਆਉਂਦਾ ਵਾ। ਮੈਂ ਪਹਿਲਾਂ ਵੀ ਕਹਿ ਕੇ ਹਟਿਆ ਕਿ ਸਾਰੀਆਂ ਜਾਤਾਂ ਦੇ ਨਾਲ ਹੀ ਸਾਡਾ ਭਾਰਤ ਬਣਦਾ ਵਾ। ਹਰ ਸਟੇਟ ਦੇ ਵਿੱਚ ਹਰ ਜਾਤ ਦਾ ਦੁਨੀਆ ਰਹਿ ਰਹੀ ਆ, ਸਭ ਦਾ ਆਪਸ 'ਚ ਭਾਈਚਾਰਾ ਵਾ। ਜਿਹੜੀ ਰਾਜਨੀਤੀ ਆ ਉਹ ਹਮੇਸ਼ਾ ਆਪਣੇ ਭਾਰਤ ਦੇ ਵਿੱਚ ਧਰਮ ਤੋਂ ਹੀ ਸ਼ੁਰੂ ਹੁੰਦੀ ਆ। ਧਰਮ ਤੋਂ ਹੀ ਗਰਮ ਕਰਕੇ ਉਹਨੂੰ ਪਾੜ ਪਾ ਕੇ ਲੋਕਾਂ ਦੇ ਵਿੱਚ ਵੋਟਾਂ ਲੈ ਕੇ ਸਰਕਾਰ ਬਣਾ ਕੇ ਫਿਰ ਧਰਮ ਤੇ ਹੀ ਲਿਆ ਕੇ ਅਤਿਆਚਾਰ ਕੀਤਾ ਜਾਂਦਾ ਵਾ। ਦਲਿਤ ਭਾਈਚਾਰੇ ਨੂੰ ਤੁਸੀਂ ਹਿੰਦੂਇਜ਼ਮ ਦਾ ਹਿੱਸਾ ਮੰਨਦੇ ਹੋ? ਦੇਖੋ, ਜਿਹੜਾ ਦਲਿਤ ਭਾਈਚਾਰਾ ਵਾ ਹਿੰਦੂ ਹੀ ਆਪਣੀ ਗਿਣਤੀ ਵਧਾਉਣ ਲਈ, ਤਦ ਤਾਂ ਦਲਿਤਾਂ ਨੂੰ ਕਹਿੰਦੇ ਕਿ ਸਾਡੇ ਹਿੰਦੂ ਭਾਈ ਨੇ। ਜਦੋਂ ਇਹਨਾਂ ਨੇ ਗਿਣਤੀ ਵਧਾਣੀ ਹੁੰਦੀ ਆ, ਜੇ ਦੇਖੋ ਸਾਰੇ ਮੇਰੇ ਵੀਰ ਇੱਥੇ ਖੜੇ ਆ, ਜਿੰਨੇ ਪੜ੍ਹੇ ਲਿਖੇ ਲੋਕ ਆ, ਜਦ ਵੀ ਉਹ ਆਪਣੀ ਜੋਬ ਭਰਦਾ ਸਰਕਾਰੀ ਤੌਰ ਤੇ, ਉੱਥੇ ਰਿਲੀਜਨ ਦਾ ਜਦੋਂ ਵੀ ਬਟਨ ਦੱਬਿਆ ਜਾਂਦਾ ਉੱਥੇ ਇੱਕੋ ਹੀ ਬਟਨ ਦੀ ਆਪਸ਼ਨ ਆਉਂਦੀ ਹੈ ਹਿੰਦੂ, ਕਿ ਤਾਂ ਕਿ ਵੋਟ ਗਿਣਤੀ ਹਿੰਦੂ ਦੀ ਵਧੇ, ਦਲਿਤ ਦੀ ਨਾ ਵਧੇ, ਸਿੱਖ ਦੀ ਨਾ ਵਧੇ, ਮੁਸਲਮਾਨ ਦੀ ਨਾ ਵਧੇ। ਇਹ ਸਾਰੀ ਸੋਚੀ ਸਮਝੀ ਚਾਲ ਆ। ਸਮਝਦੇ ਹੋ? ਔਰ ਤੁਹਾਡਾ ਇਹ ਮੰਨਣਾ ਹੈ ਕਿ ਦਲਿਤ ਨੂੰ ਹਿੰਦੂ ਤੋਂ ਵੱਖ ਹੋ ਕੇ, ਵੱਖ ਕਰਕੇ ਦੇਖਣਾ ਚਾਹੀਦਾ? ਦੇਖੋ, ਬਾਬਾ ਸਾਹਿਬ ਨੇ ਇੱਕ ਲੜਾਈ ਲੜੀ ਸੀ, ਤੁਹਾਨੂੰ ਪਤਾ, ਪੂਨਾ ਪੈਕਟ ਦਾ ਸਮਝੌਤਾ।
ਉਹ ਕਿੱਡਾ ਵੱਡਾ ਸਮਝੌਤਾ ਸੀਗਾ। ਬਾਬਾ ਸਾਹਿਬ ਨੇ ਜਿਹੜੀ ਪੂਨਾ ਜੇਲ੍ਹ 'ਚ ਬਹਿ ਕੇ ਸਮਝੌਤਾ ਕੀਤਾ ਸੀ, ਉਹਦੇ ਦਲਿਤਾਂ ਨੂੰ ਹੱਕ ਦਿੱਤੇ ਗਏ ਸੀ। ਜਿਹੜੇ ਆਰਕਸ਼ਣ ਨੂੰ ਅੱਜ ਦੁਨੀਆ ਕਹਿ ਰਹੀ ਆ ਭੀਖ, ਉਹ ਭੀਖ ਨਹੀਂ, ਸਾਡਾ ਹੱਕ ਆ। ਜੇ ਅਸੀਂ ਆਪਣੇ ਹੱਕ ਲਈ ਲੜਦੇ ਹਾਂ ਫਿਰ ਵੀ ਸਾਡੇ ਨਾਲ ਸਾਡਾ ਵਿਰੋਧ ਕੀਤਾ ਜਾਂਦਾ ਵਾ। ਜਦੋਂ ਬਾਬਾ ਸਾਹਿਬ ਨੇ ਇੱਕ ਦਲਿਤਾਨ ਬਣਾਉਣ ਦੀ ਆਵਾਜ਼ ਚੱਕੀ ਸੀ, ਉਦੋਂ ਮਹਾਤਮਾ ਗਾਂਧੀ ਦੀ ਇੱਕ ਗੰਦੀ ਰਾਜਨੀਤੀ ਨੇ, ਉਹੀ ਗੰਦੀ ਰਾਜਨੀਤੀ ਨੇ ਆਰਕਸ਼ਣ ਨੂੰ ਪੈਦਾ ਕੀਤਾ, ਆਰਕਸ਼ਣ ਦੇ ਸਮਝੌਤੇ ਦੇ ਸਾਈਨ ਕੀਤੇ। ਅੱਜ ਉਸ ਨੂੰ ਭੀਖ ਤੌਰ ਤੇ ਸਾਡੇ ਅੱਗੇ ਰਿਪਰੈਜ਼ੈਂਟ ਕੀਤਾ ਜਾਂਦਾ। ਇਹ ਸਾਰੀ ਜਿਹੜੀ ਚਾਲ ਆ, ਮੈਂ ਬਾਰ-ਬਾਰ ਤੁਹਾਨੂੰ ਕਹਿੰਦਾ, ਉਹ ਹਿੰਦੂ ਰਾਸ਼ਟਰ ਨੂੰ ਪੈਦਾ ਕਰਨ ਵਾਸਤੇ ਬਣਾਈ ਗਈ ਆ ਕਿ ਬਾਕੀ ਹੋਰ ਕੋਈ ਅੱਗੇ ਨਾ ਆਵੇ, ਸਿਰਫ ਹਿੰਦੂ ਰਾਸ਼ਟਰ ਅੱਗੇ ਆਵੇ। ਤੁਹਾਡਾ ਤੁਸੀਂ ਰਿਜ਼ਰਵੇਸ਼ਨ ਦੀ ਗੱਲ ਕਰ ਰਹੇ ਹੋ ਆਰਕਸ਼ਣ ਦੀ, ਤੁਸੀਂ ਕੀ ਮੰਨਦੇ ਹੋ, ਨਹੀਂ ਹੋਣੀ ਚਾਹੀਦੀ ਜਾਂ ਹੋਣੀ ਚਾਹੀਦੀ ਹੈ? ਦੇਖੋ, ਹੋਣੇ ਚਾਹੀਦੀ ਆ। ਜੇ ਤੁਸੀਂ ਦੋ ਭਰਾ ਹੋ, ਜੇ ਤੁਹਾਡੇ ਹਿੱਸੇ 'ਚ ਜਿੰਨੀ ਜ਼ਮੀਨ ਆਈ ਆ, ਜੇ ਤੁਸੀਂ ਆਪਣੀ ਉਸ ਜ਼ਮੀਨ ਦੇ ਹੱਕਦਾਰ ਹੈਗੇ ਆ ਤੇ ਤੁਸੀਂ ਆਪਣਾ ਹੱਕ ਜਤਾਓਗੇ। ਜੇ ਸਾਡੇ ਹੱਕ 'ਚ ਆਰਕਸ਼ਣ ਆਇਆ ਵਾ ਤੇ ਅਸੀਂ ਹੱਕ ਜਤਾ ਰਹੇ ਆ। ਇਹ ਨਹੀਂ ਕਿ ਤੁਸੀਂ ਆਪਣੀ ਵੀ ਜ਼ਮੀਨ ਛੱਡ ਦੋਗੇ, ਅਸੀਂ ਵੀ ਆਪਣਾ ਆਰਕਸ਼ਣ ਨਹੀਂ ਛੱਡ ਸਕਦੇ। ਕਿ ਉਹ ਸਾਡਾ ਹੱਕ ਆ, ਉਹਨੂੰ ਭੀਖ ਦੀ ਤਰ੍ਹਾਂ, ਮੈਂ ਤੁਹਾਨੂੰ ਬਾਰ-ਬਾਰ ਕਹਿੰਦਾ, ਰਿਪਰੈਜ਼ੈਂਟ ਕੀਤਾ ਜਾਂਦਾ ਵਾ, ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਹੈ ਕਿ ਰਿਜ਼ਰਵੇਸ਼ਨ ਜਿਹੜੀ ਆਰਥਿਕ ਬੇਸਿਸ ਤੇ ਹੋਣੀ ਚਾਹੀਦੀ ਹੈ। ਬਹੁਤ ਸਾਰੇ ਦਲਿਤ ਭਰਾ ਜਿਹੜੇ ਆਰਥਿਕ ਤੌਰ ਤੇ ਸਟਰੋਂਗ ਹੋ ਗਏ, ਕਈ ਪੋਲੀਟੀਸ਼ੀਅਨ ਵਿਧਾਇਕ ਬਣ ਗਏ, ਕੋਈ ਐਮਪੀ ਬਣ ਗਏ, ਅਮੀਰ ਹੋ ਗਏ, ਉਹਨਾਂ ਨੂੰ ਨਹੀਂ ਮਿਲਣੀ ਚਾਹੀਦੀ, ਜਾਂ ਕਈ ਜਿਵੇਂ ਬਿਊਰੋਕਰੈਟ ਨੇ, ਉਹਨਾਂ ਦੇ ਅੱਗੋਂ ਬੱਚੇ ਨੇ, ਉਹਨਾਂ ਨੂੰ ਨਹੀਂ ਮਿਲਣੀ ਚਾਹੀਦੀ। ਦੇਖੋ ਸਰ, ਤੁਹਾਨੂੰ ਵੀ ਪਤਾ ਵਾ ਦਲਿਤ ਸਮਾਜ ਦੇ ਕਿੰਨੇ ਕੀ ਐਮਪੀ ਨੇ, ਕਿੰਨੇ ਐਮਐਲਏ ਨੇ, ਜਿੰਨਾ ਰਾਜ ਚੱਲ ਰਿਹਾ ਵਾ, ਤੁਹਾਨੂੰ ਪਤਾ ਉੱਪਰਲੀ ਲੈਵਲ ਤੇ ਕਿੰਨੇ ਕੀ ਜ਼ਿਆਦਾ ਲੋਕ ਬੈਠੇ ਆ, ਦਲਿਤ ਕਿੰਨੇ ਕੀ ਬੈਠੇ ਆ। ਜੇ ਦਲਿਤ ਅੱਜ ਗਰੀਬ ਆ, ਮੈਂ ਕਹਿੰਦਾ ਹਿੰਦੂ ਭਾਈਚਾਰੇ, ਸਿੱਖ ਭਾਈਚਾਰੇ, ਮੁਸਲਮਾਨ, ਸਭ 'ਚ ਹੀ ਗਰੀਬ ਆ। ਪਰ ਜਿੰਨਾ ਰਾਜ ਕੀਤਾ ਜਾ ਰਿਹਾ ਦਲਿਤਾਂ ਦੇ ਉੱਪਰ ਕੀਤਾ ਜਾ ਰਿਹਾ, ਜਿੰਨੀ ਉੱਪਰਲੀ ਅੱਪਰ ਬੋਡੀ ਆ, ਤੁਹਾਨੂੰ ਪਤਾ ਕਿ ਕਿੰਨੇ ਕੀ ਦਲਿਤ ਉੱਪਰ ਐਮਪੀ ਬਣੇ ਜਾ ਰਹੇ ਆ, ਕਿੰਨਾ ਕੀ ਉਹਨਾਂ ਨੂੰ ਬਣਨ ਦਿੱਤਾ ਜਾਂਦਾ, ਐਮਐਲਏ, ਐਮਪੀ ਜਾਂ ਕੌਂਸਲਰ, ਕਿੰਨਾ ਕੀ ਬਣਨ ਦਿੱਤਾ ਜਾਂਦਾ ਵਾ। ਜੇ ਉਹਨਾਂ ਦਾ ਰਾਈਟ ਆ ਆਰਕਸ਼ਣ, ਤੇ ਉਹਦੇ ਤੇ ਵੀ ਰਾਜਨੀਤੀ ਕੀਤੀ ਜਾਂਦੀ ਆ ਕਿ ਸੰਵਿਧਾਨ ਨੂੰ ਤੋੜ ਮਰੋੜ ਕੇ ਇਸ ਆਰਕਸ਼ਣ ਨੂੰ ਖਤਮ ਕੀਤਾ ਜਾਵੇ। ਜੇ ਆਪਾਂ ਕਹੀਏ ਕਿ ਗਰੀਬੀ ਰੇਖਾ ਦੇ ਹਿਸਾਬ ਨਾਲ ਆਰਕਸ਼ਣ ਨੂੰ ਕਰੀਏ ਤੇ ਉਹ ਬਿਲਕੁਲ ਗਲਤ ਆ। ਦੇਖੋ, ਆਰਕਸ਼ਣ 'ਚ ਜਿਹੜੀ ਕਾਸਟ ਆ ਰਹੀ ਆ, ਕੱਲੀ ਇੱਕ ਵਾਲਮੀਕ ਸਮਾਜ ਨਹੀਂ ਆ ਰਿਹਾ, ਰਵਿਦਾਸ ਭਾਈਚਾਰਾ ਨਹੀਂ ਆ ਰਿਹਾ, ਉਹ 'ਚ ਕਿੰਨੀਆਂ ਕਾਸਟਾਂ ਆ ਰਹੀਆਂ ਵਾ। ਜੇ ਉਹਨਾਂ ਦਾ ਆਰਕਸ਼ਣ ਦਾ ਰਾਈਟ ਆ ਤਾਂ ਹੀ ਉਸ ਨੂੰ ਬਿੱਲ 'ਚ ਪਾਸ ਕੀਤਾ ਗਿਆ, ਸੰਵਿਧਾਨ 'ਚ ਲਾਗੂ ਕੀਤਾ ਗਿਆ। ਜਿਸ ਵੇਲੇ ਇਹ ਤੁਹਾਨੂੰ ਦੱਸ ਰਿਹਾ ਪੂਨਾ ਪੈਕਟ ਕੀਤਾ ਗਿਆ, ਸਮਝੌਤਾ ਹੋਇਆ ਵਾ, ਉਸ ਤੋਂ ਬਾਅਦ ਹੀ ਇਸ ਦਾ ਵਿਰੋਧ ਕਰਨ ਲਈ ਵੀ ਰਾਜਨੀਤੀ ਚੱਲੀ ਗਈ। ਪਰ ਕੀ ਇਕੱਲੀ ਭਾਜਪਾ ਨੂੰ ਜ਼ਿੰਮੇਦਾਰ ਸਮਝਦੇ ਹੋ ਇਸ ਸਾਰੇ ਵਾਸਤੇ? ਕਿਉਂਕਿ ਇਸ ਤੋਂ ਪਹਿਲਾਂ ਦੀਆਂ ਕਾਂਗਰਸ ਦੀ ਸਰਕਾਰਾਂ ਰਹੀਆਂ, ਹੁਣ ਕੇਂਦਰ 'ਚ ਹੋਰ ਵਜ਼ਾਰਤਾਂ ਰਹੀਆਂ, ਹੁਣ ਉਹ ਦਲਿਤਾਂ ਨਾਲ ਇਸ ਤਰ੍ਹਾਂ ਨਹੀਂ ਕਰਦੀਆਂ ਸੀ, ਤੁਹਾਨੂੰ ਲੱਗਦਾ? ਦੇਖੋ, ਮੈਂ ਤੁਹਾਨੂੰ ਪੁੱਛਦਾ, ਕਾਂਗਰਸ ਸਰਕਾਰ ਸੀ, ਦਲਿਤਾਂ ਦਾ ਕਿੰਨਾ ਕੀ ਬੁਰਾ ਹਸ਼ਰ ਹੁੰਦਾ ਸੀ, ਕਿੰਨਾ ਕੀ ਮੁਸਲਮਾਨਾਂ ਦਾ ਬੁਰਾ ਹਸ਼ਰ ਹੁੰਦਾ ਸੀ, ਕਿੰਨਾ ਕੀ ਸਿੱਖ ਭਾਈਚਾਰੇ ਨਾਲ ਬੁਰਾ ਹਸ਼ਰ ਹੁੰਦਾ ਸੀਗਾ, ਜਿੰਨਾ ਬੀਜੇਪੀ ਦੀ ਸਰਕਾਰ 'ਚ ਕੀਤਾ ਜਾਂਦਾ। ਬੀਜੇਪੀ ਸਰਕਾਰ ਬਾਅਦ 'ਚੋਂ ਬਣਦੀ ਆ, ਪਹਿਲਾਂ ਦਲਿਤਾਂ ਲਈ, ਮੁਸਲਮਾਨਾਂ ਲਈ, ਸਿੱਖਾਂ ਲਈ ਵਿਰੋਧ ਪੈਦਾ ਕਰਦੀ ਆ। ਜੇ ਕਾਂਗਰਸ ਸਰਕਾਰ ਸੈਂਟਰ 'ਚ ਰਹੀ ਆ, ਉਹ ਸਾਰੇ ਹੀ ਭਾਈਚਾਰੇ ਦੇ ਨਾਲ ਚਲੋ ਮਿਲਦੇ ਵਰਤਦੇ ਰਹੇ। ਚਲੋ ਕਿਤੇ ਕੋਈ ਗਲਤ ਬਿੱਲ ਪਾਸ ਹੁੰਦਾ ਸੀ, ਉਹਦਾ ਵਿਰੋਧ ਹੁੰਦਾ ਸੀ, ਪਰ ਉਸ ਬਿੱਲ ਨੂੰ ਰੋਕਿਆ ਜਾਂਦਾ ਸੀ। ਇੰਨਾ ਸੰਘਰਸ਼ ਨਹੀਂ ਕੀਤਾ ਜਾ ਰਿਹਾ ਸੀਗਾ ਜਿੰਨਾ ਅੱਜ ਵਜੀਫੇ ਲਈ ਕੀਤਾ ਜਾਂਦਾ, ਜਾਂ ਅੱਜ ਕਿਸੇ ਦਲਿਤ ਭੈਣ ਦਾ ਬਲਾਤਕਾਰ ਹੁੰਦਾ, ਉਹਦਾ ਕਤਲ ਹੁੰਦਾ, ਉਹਦੇ ਲਈ ਕੀਤਾ ਜਾਂਦਾ, ਜਾਂ ਕਿਸਾਨਾਂ ਨੂੰ ਜਿੰਨਾ ਸੰਘਰਸ਼ ਕਰਨਾ ਪੈ ਰਿਹਾ, ਉਹ ਬੀਜੇਪੀ ਦੀ ਸਰਕਾਰ 'ਚ ਕਿਉਂ ਕਰਨਾ ਪੈ ਰਿਹਾ? ਤੁਸੀਂ ਵੀ ਜਾਣਦੇ ਹੋ ਕਿ ਜੇ ਕਾਂਗਰਸ ਸਰਕਾਰ ਸੈਂਟਰ 'ਚ ਰਹੀ ਆ ਤੇ ਉਹਨੇ 10 ਸਾਲ ਰਾਜ ਕੀਤਾ, ਸਾਰੀਆਂ ਹੀ ਕਾਸਟਾਂ ਦੇ ਲੋਕਾਂ ਨੂੰ, ਸਾਰੇ ਹੀ ਭਾਈਚਾਰਿਆਂ ਨੂੰ, ਸਾਰੀਆਂ ਹੀ ਸਟੇਟਾਂ ਨੂੰ, ਇੰਡੀਆ ਦੀਆਂ ਨੂੰ, ਸਾਰਿਆਂ ਨੂੰ ਇੱਕ ਲੈਵਲ ਤੇ ਲੈ ਕੇ ਚੱਲੀ ਆ ਸਰਕਾਰ। ਮੈਂ ਕਿਸੇ ਵੀ ਸਰਕਾਰ ਦੇ ਪੱਖ 'ਚ ਨਹੀਂ ਬੋਲਦਾ। ਜੇ ਬੀਜੇਪੀ ਸਰਕਾਰ ਆਂਦੀ ਆ, ਉਦੋਂ ਹੀ ਕਿਉਂ ਕਾਸਟ ਦੇ ਵਿਰੋਧ? ਤਾਂ ਇਸ ਘਟਨਾ ਨੂੰ ਤੁਸੀਂ ਸੋਚੀ ਸਮਝੀ ਸਾਜ਼ਿਸ਼ ਮੰਨਦੇ ਹੋ ਕਿ ਇਹ ਦਬਾਉਣ ਵਾਸਤੇ ਔਰ ਇਹ ਇੱਕ ਮੈਸੇਜ ਦਿੱਤਾ ਗਿਆ ਦਲਿਤ ਭਾਈਚਾਰੇ ਨੂੰ? ਦੇਖੋ, ਬਿਲਕੁਲ ਸੋਚੀ ਸਮਝੀ ਚਾਲ ਆ। ਕਈ ਇਦਾਂ ਦੇ ਵੀ ਘਿਨੌਣੇ ਕੰਮ ਹੋਏ ਆ ਦਲਿਤਾਂ ਨਾਲ। ਜਦ ਦੀ ਜੋਗੀ ਸਰਕਾਰ ਆਈ ਆ, ਉਦੋਂ ਦੇ ਘਿਨੌਣੇ ਕੰਮ ਹੋ ਰਹੇ ਆ। ਕਈ ਦਬਾਅ ਦਿੱਤੇ ਜਾਂਦੇ, ਉਹਨਾਂ ਦੇ ਪਰਿਵਾਰਾਂ ਨੂੰ ਪ੍ਰੈਸ਼ਰਾਈਜ਼ ਕੀਤਾ ਜਾਂਦਾ, ਉਹਨਾਂ ਦੇ ਪਰਿਵਾਰਾਂ ਨੂੰ ਮਾਰਨ ਦੀ ਧਮਕੀਆਂ ਦਿੱਤੀਆਂ ਜਾਂਦੀਆਂ, ਜਿਹੜੇ ਉਹਨਾਂ ਦੇ ਇਨਕਮ ਸੋਰਸ ਆ ਉਹਨਾਂ ਨੂੰ ਖਤਮ ਕੀਤਾ ਜਾਂਦਾ ਵਾ। ਜਿੰਨੀ ਇਹ ਸਰਕਾਰ ਚੱਲ ਰਹੀ ਆ, ਜੋਗੀ ਸਰਕਾਰ, ਉਹ ਤੁਸੀਂ ਦੇਖੋ, ਜਿਹੜੇ ਸੱਪ ਫੜਨ ਵਾਲੇ, ਬੀਨਾ ਵਜਾਉਣ ਵਾਲੇ ਆ, ਉਹਨਾਂ ਨੂੰ ਹੀ ਉਹਨਾਂ ਨੇ ਕਿੱਥੇ ਬਿਠਾਤਾ? ਸਰਕਾਰ ਦੇ ਰਾਜ ਤੇ। ਠੀਕ ਆ ਜੀ। ਜਿਹੜੇ ਪੜ੍ਹੇ ਲਿਖੇ ਵਰਗਾ ਉਹ ਰੋਡਾਂ ਦੇ ਧੱਕੇ ਖਾ ਰਿਹਾ, ਉਹ ਅੱਜ ਸੰਘਰਸ਼ ਕਰ ਰਿਹਾ, ਉਹ ਅੱਜ ਇਹਨਾਂ ਦਾ ਵਿਰੋਧ ਕਰ ਰਿਹਾ, ਧੀਆਂ ਭੈਣਾਂ ਦੇ ਬਲਾਤਕਾਰਾਂ ਵਾਲੀ, ਕਤਲਾਂ ਲਈ ਲੜਾਈ ਲੜਦਾ ਪਿਆ ਵਾ। ਤੇ ਜਿਹੜੇ ਬਾਬੇ ਆ, ਉਹਨਾਂ ਨੂੰ ਮੰਦਰਾਂ ਦੀ ਬਿਠਾਉਣ ਦੀ ਬਜਾਏ, ਉਹਨਾਂ ਨੂੰ ਡੇਰਿਆਂ ਦੀ ਬਿਠਾਉਣ ਦੀ ਬਜਾਏ, ਉਹਨਾਂ ਨੂੰ ਸੀਐਮ ਦੀ ਕੁਰਸੀਆਂ ਤੇ ਬਿਠਾ ਦਿੱਤਾ ਗਿਆ। ਬਾਬਾ ਸਾਹਿਬ ਕਹਿੰਦੇ ਸੀ ਇੱਕ ਝੰਡੇ ਥੱਲੇ ਇਕੱਠੇ ਹੋ ਜਾਓ ਦਲਿਤ ਸਮਾਜ ਨੂੰ, ਹੋ ਕਿਉਂ ਨਹੀਂ ਸਕੇ? ਦੇਖੋ, ਬਾਬਾ ਸਾਹਿਬ ਨੇ ਜੋ ਗੱਲ ਕਹੀ, ਉਹ ਬਾਬਾ ਸਾਹਿਬ ਦਾ ਵਿਰੋਧ ਵੀ ਕਿੰਨਾ ਹੋਇਆ, ਤੁਸੀਂ ਮੈਨੂੰ ਦੱਸੋ। ਜੇ ਬਾਬਾ ਸਾਹਿਬ ਨੇ ਸਾਰੇ ਹੀ ਧਰਮਾਂ ਨੂੰ ਆਦਰ ਮਾਣ ਦਿੱਤਾ ਗਿਆ, ਜੇ ਮੁਸਲਮਾਨਾਂ ਨਾਲ ਵੀ ਮੀਟਿੰਗ ਹੋਈ, ਉਹਨਾਂ ਦੀ ਤੁਸੀਂ ਇਸ ਇਤਿਹਾਸ ਨੂੰ ਪੜ੍ਹਿਆ, ਮੈਂ ਵੀ ਪੜ੍ਹਿਆ, ਜੇ ਬਾਬਾ ਸਾਹਿਬ ਨੇ ਮੁਸਲਮਾਨਾਂ ਨਾਲ ਮੀਟਿੰਗ ਕੀਤੀ, ਚਲੋ ਜੀ, ਮੁਸਲਮਾਨ ਵੀ ਉਹਨਾਂ ਕੋਲ ਗਏ, ਸਿੱਖ ਕੌਮ ਵੀ ਗਈ, ਸਾਰੇ ਧਰਮਾਂ ਦੇ ਲੋਕ ਗਏ ਆ,
ਉਹਨਾਂ ਨੂੰ ਵੀ ਉੱਥੇ ਵੀ ਭੇਦਭਾਵ ਹੀ ਮਿਲਣ ਨੂੰ ਦੇਖਣ ਨੂੰ ਮਿਲਿਆ। ਜੇ ਬਾਬਾ ਸਾਹਿਬ ਐਂਡ ਮੋਕਸ਼ ਦੀ ਲੈਣ 'ਚ ਗਏ, ਉਹਨਾਂ ਨੇ ਬੁੱਧ ਧਰਮ ਨੂੰ ਅਪਣਾਇਆ ਕਿ ਹਾਂ ਮੈਂ ਆਪਣੇ ਸਮਾਜ ਨੂੰ ਬੁੱਧ ਧਰਮ ਨਾਲ ਜੋੜੂੰਗਾ, ਕਿ ਬੁੱਧ ਧਰਮ 'ਚ ਉਹਨਾਂ ਨੇ ਦੇਖਿਆ ਕਿ ਕਿਸੇ ਤਰ੍ਹਾਂ ਦੀ ਜਾਤ ਪਾਤ ਨਹੀਂ, ਇੱਕ ਕਾਸ਼ਟ ਦੇ ਵਿੱਚ ਵੀ ਕਿ ਉਹਦੇ ਵਿੱਚ ਵੀ ਕਿ ਹਾਂਜੀ ਜੇ ਕੋਈ ਸਿੱਖ ਕੋਈ ਦਲਿਤ ਸਿੱਖ ਮਾਰਿਆ ਤੇ ਉਹਨੂੰ ਮਸੀਹ ਦਾ ਉਹਨੂੰ ਤਸਵੀਰਾਂ ਜ਼ਰੂਰ ਦਿਖਾਉਂਦੇ ਰਹੋ ਨਾਲ ਕਿ ਉਹਨਾਂ ਨੂੰ ਮਜ਼ਹਬੀ ਦਾ ਨਾਮ ਦਿੱਤਾ ਗਿਆ। ਜੇ ਮੁਸਲਮਾਨਾਂ 'ਚ ਜਾਂਦੇ ਆ ਜਾਂ ਈਸਾਈਆਂ 'ਚ ਮਸੀਹ, ਠੀਕ ਆ ਜੀ, ਜੇ ਮੁਸਲਮਾਨਾਂ ਦੇ ਵਿੱਚ ਜਾਂਦੇ ਆ ਤੇ ਉਹਨਾਂ ਨੂੰ ਇੱਕ ਅਲੱਗ ਨਾਮ ਦੀ ਪਹਿਚਾਣ ਦਿੱਤੀ ਜਾਂਦੀ ਆ ਕਿ ਉਹ ਚੀਜ਼ ਅੱਜ ਵੀ ਛੂਆ-ਛਾਤ ਦੇਸ਼ ਵਿੱਚ ਖਤਮ ਨਹੀਂ ਹੋ ਰਹੀ। ਜਿਹੜੇ ਲੋਕ ਕਹਿ ਰਹੇ ਆ ਕਿ ਛੂਆ-ਛਾਤ ਖਤਮ ਹੋ ਰਹੀ ਆ, ਉਹਨਾਂ ਦੀ ਅੱਖਾਂ ਅੱਗੇ ਕਾਲਾ ਪਰਦਾ ਕੀਤਾ ਹੋਇਆ ਵਾ ਦਿਖਾਉਣ ਵਾਸਤੇ ਕਿ ਦੇਖੋ ਅਸੀਂ ਦਲਿਤ ਦੇ ਘਰੇ ਜਾ ਕੇ ਰੋਟੀ ਖਾ ਲਈ, ਦਲਿਤ ਦੇ ਗਲਾਸ 'ਚ ਪਾਣੀ ਪੀ ਲਿਆ। ਉਹ ਅੱਖਾਂ 'ਚ ਇੱਕ ਮਿੱਟੀ ਪਾਈ ਜਾਂਦੀ ਆ, ਮਿੱਟੀ ਵੀ ਨਹੀਂ, ਮੈਂ ਕਹਿੰਦਾ ਤੇਜ਼ਾਬ ਹੀ ਪਾਇਆ ਜਾਂਦਾ ਕਿ ਇਹ ਦਿਖਾਉਣ ਵਾਸਤੇ ਕਿ ਜਾਤ-ਪਾਤ ਖਤਮ ਹੋ ਚੁੱਕੀ ਆ। ਕੋਈ ਜਾਤ-ਪਾਤ ਖਤਮ ਨਹੀਂ ਮੇਰਾ ਹੋਈ। ਸਵਾਲ ਇਹੀ ਸੀ ਨਾ ਵੀ ਏਕਤਾ ਕਿਉਂ ਨਹੀਂ ਹੋ ਰਹੀ, ਵੰਡਿਆ ਕਿਉਂ ਹੋਇਆ ਦਲਿਤ ਸਮਾਜ? ਪੰਜਾਬ 'ਚ 33-34% ਦਲਿਤ ਸਮਾਜ ਹੈ, ਉਹ ਆਪਣੀ ਸਰਕਾਰ ਕਿਉਂ ਨਹੀਂ ਬਣਾਉਂਦੇ, ਉਹ ਆਪਣੇ ਲੀਡਰ ਕਿਉਂ ਨਹੀਂ ਖੜੇ ਕਰਦੇ, ਵੰਡਿਆ ਕਿਉਂ ਹੋਇਆ? ਦੇਖੋ ਸਰ, ਤੁਹਾਨੂੰ ਪਤਾ ਜਿਹੜੇ ਕਈ ਬੀਜੇਪੀ ਦੇ ਦਲਿਤ ਨੇ, ਅੱਜ ਉਹਨਾਂ ਦਾ ਵੀ ਦਲਿਤ ਸਮਾਜ ਵੱਲੋਂ ਬਾਈਕਾਟ ਕੀਤਾ ਜਾ ਰਿਹਾ, ਠੀਕ ਹੈ ਜੀ। ਜਿਹੜੇ ਹੋਰ ਪਾਰਟੀਆਂ ਦੇ ਵਿੱਚ ਹੈਗੇ ਨੇ, ਉਹ ਵੀ ਆਪਣੇ ਸੰਘਰਸ਼ 'ਚ ਲੱਗੇ ਹੋਏ ਆ ਕਿ ਦਲਿਤ ਸਮਾਜ ਨੂੰ ਅਸੀਂ ਅੱਗੇ ਲੈ ਕੇ ਆਈਏ। ਜਿਹੜੀਆਂ ਤੁਹਾਨੂੰ ਪਤਾ ਸਿਆਸੀ ਪਾਰਟੀਆਂ ਵਾ, ਉਹ ਹਮੇਸ਼ਾ ਇਹ ਚਾਹੁੰਦੀਆਂ ਕਿ ਦਲਿਤ ਪਾਰਟੀ ਕੋਈ ਬਣੇ ਨਾ। ਜੇ ਬਹੁਜਨ ਸਮਾਜ ਪਾਰਟੀ ਯੂਪੀ ਦੀ ਸਰਕਾਰ ਬਣਾ ਸਕਦੀ ਹੈ ਤਾਂ ਤੁਸੀਂ ਦੱਸੋ ਮੈਨੂੰ ਕਿ ਪੰਜਾਬ 'ਚ ਨਹੀਂ ਬਣਾ ਸਕਦੀ? ਉਹਦੀਆਂ ਕਿੰਨੀਆਂ ਜੜ੍ਹਾਂ ਵੱਢੀਆਂ ਜਾਂਦੀਆਂ ਪੰਜਾਬ ਵਿੱਚ। ਜੇ ਯੂਪੀ 'ਚ 2 ਵਾਰ ਸਰਕਾਰ ਬਣਾਤੀ, ਇੱਕ ਵਾਰ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਨੇ, ਮਾਇਆਵਤੀ ਜੀ ਨੇ ਸਰਕਾਰ ਬਣਾਈ ਆ, ਤੇ ਪੰਜਾਬ 'ਚ ਬਣਾਉਣ ਦੀ ਕਿਹੜੀ ਮੁਸ਼ਕਲ ਆ? ਕਿਉਂਕਿ ਜਿਹੜੀਆਂ ਇੱਥੇ ਦੀਆਂ ਰਾਜਨੀਤਿਕ ਪਾਰਟੀਆਂ ਵਾ, ਉਹ ਦਲਿਤਾਂ ਨੂੰ ਵੰਡ ਕੇ ਰਾਜ ਕਰ ਰਹੀਆਂ। ਜੋ ਤੁਹਾਡਾ ਮੈਂ ਸਵਾਲ ਦਾ ਜਵਾਬ ਦਿੰਦਾ ਕਿ ਉਹਨਾਂ ਨੂੰ ਇਹ ਆ ਕਿ ਦਲਿਤ ਏਕਤਾ ਇੱਕ ਨਾ ਹੋਵੇ। ਜੇ ਦਲਿਤ ਇੱਕ ਪਲੇਟਫਾਰਮ ਤੇ ਇੱਕ ਹੁੰਦੇ ਆ ਤੇ ਉਹਨਾਂ ਨੂੰ ਪਤਾ ਕਿ ਇਹਨਾਂ ਨੇ ਆਪਣੀ ਸਰਕਾਰ ਬਣਾ ਕੇ ਸਾਨੂੰ ਹੀ ਦੱਬਣਾ ਵਾ, ਜਦ ਕਿ ਦਲਿਤ ਕਿਸੇ ਨੂੰ ਦੱਬ ਨਹੀਂ ਰਿਹਾ, ਦਲਿਤ ਨੂੰ ਹੀ ਦੱਬਿਆ ਜਾ ਰਿਹਾ ਕਿ ਇਹ ਏਕਤਾ ਦੇ ਵਿੱਚ ਨਾ ਆਣ, ਇਹ ਆਪਣੀ ਸਰਕਾਰ ਨਾ ਬਣਾਉਣ। ਤੁਸੀਂ ਵੀ ਜਾਣੂ ਆ ਕਿ ਪੋਲੀਟੀਕਲ ਲੈਵਲ ਤੇ ਕਿਸ ਤਰ੍ਹਾਂ ਕਿੰਨੀ ਕੀ ਬੁਰੀ ਤਰ੍ਹਾਂ ਬੰਦੇ ਨੂੰ ਤੋੜਿਆ ਜਾਂਦਾ, ਉਹਦੇ ਘਰੇਲੂ ਉਹਦੇ ਬਿਜ਼ਨਸ ਨੂੰ ਟਾਰਗੇਟ ਕੀਤਾ ਜਾਂਦਾ ਕਿ ਇਹ ਅੱਜ ਆਪਣੀ ਕਿਉਂ ਦਲਿਤ ਸਰਕਾਰ ਬਣਾ ਰਿਹਾ ਵਾ, ਕਿਉਂ ਇਹ ਆਪਣੀ ਦਲਿਤ ਸਰਕਾਰ ਬਣਾ ਲਈ, ਆਪਣੀ ਪਾਰਟੀ ਬਣਾ ਰਿਹਾ, ਕਿਉਂ ਇਹ ਦਲਿਤਾਂ ਨੂੰ ਜੋੜ ਰਿਹਾ। ਤੁਹਾਨੂੰ ਵੀ ਪਤਾ ਜਿੰਨੇ ਦਲਿਤ ਆ ਉਹ ਹਰ ਕੋਈ ਵੀ ਦਲਿਤ ਅਮੀਰ ਨਹੀਂ ਹੈਗਾ। ਜੇ 4 ਦਲਿਤ ਅਮੀਰ ਆ ਤੇ ਉਹਦੇ ਤੋਂ ਮੈਂ ਕਹਿੰਦਾ 1000 ਗਰੀਬ ਵੀ ਆ। ਉਹ ਗਰੀਬਾਂ ਦੇ ਹੀ ਸਿਰ ਤੇ ਉਹਨਾਂ ਨੂੰ ਦੱਬ ਕੇ ਉਹਨਾਂ ਨੂੰ ਹੀ ਗੁੰਮਰਾਹ ਕਰਕੇ ਸਰਕਾਰਾਂ ਬਣ ਰਹੀਆਂ। ਬਿਲਕੁਲ, ਤਸਵੀਰਾਂ, ਬਹੁਤ ਧੰਨਵਾਦ ਗੱਲਬਾਤ ਕਰਨ ਵਾਸਤੇ। ਤਸਵੀਰਾਂ ਦਿਖਾਉਣੀਆਂ ਚਾਹੁੰਦੇ ਆ। ਇਹ ਨੌਜਵਾਨ ਨੇ ਜਿਹੜੇ ਇਕੱਠੇ ਹੋਏ ਨੇ ਇਸ ਘੰਟਾ ਘਰ ਦਾ ਜਿਹੜਾ ਧਰਨਾ ਹੈ, ਔਰ ਇੱਥੋਂ ਬੰਦ ਕਰਾਇਆ ਗਿਆ। ਇਸ ਇਲਾਕੇ ਦੇ ਬੰਦ ਦੀ ਕਾਲ ਸੀ ਤਾਂ ਬੰਦ ਹੈ। ਔਰ ਕੁਝ ਇਹ ਨੌਜਵਾਨ ਤੁਸੀਂ ਦੇਖੋ, ਇਹਨਾਂ ਦੇ ਵੱਲੋਂ ਪ੍ਰਧਾਨ ਮੰਤਰੀ ਮੋਦੀ ਦੇ ਖਿਲਾਫ ਆਪਣਾ ਗੁੱਸਾ ਇਸ ਤਰੀਕੇ ਦੇ ਨਾਲ ਜ਼ਾਹਿਰ ਕੀਤਾ ਜਾ ਰਿਹਾ। ਜਸਟਿਸ ਫॉर ਮਨੀਸ਼ਾ ਦੀ ਗੱਲ ਕਹੀ ਜਾ ਰਹੀ ਹੈ ਔਰ ਭਾਰਤ ਦੀ ਧੀ ਦੱਸਿਆ ਜਾ ਰਿਹਾ। ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਇੱਕ ਪ੍ਰੋਟੈਸਟ ਜਿਹੜਾ ਇਹ ਸਿੰਬੋਲਿਕ ਪ੍ਰੋਟੈਸਟ ਜਿਹੜਾ ਕੀਤਾ ਜਾ ਰਿਹਾ, ਪਿੱਟ ਸਿਆਪਾ ਜਿਹੜਾ ਕੀਤਾ ਜਾ ਰਿਹਾ ਹੈ ਪ੍ਰਧਾਨ ਮੰਤਰੀ ਮੋਦੀ ਦੇ ਰੂਪ 'ਚ। ਇਹ ਸ਼ਖਸ ਜਿਹੜੇ ਲੇਟੇ ਨੇ ਔਰ ਇਹ ਤੁਸੀਂ ਦੇਖ ਸਕਦੇ ਹੋ ਜਸਟਿਸ ਫॉर ਮਨੀਸ਼ਾ ਔਰ ਮੁਰਦਾਬਾਦ ਦੇ ਨਾਰੇ। ਔਰ ਇਹ ਸਿੰਬੋਲਿਕ ਪ੍ਰੋਟੈਸਟ ਜਿਹੜਾ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ, ਇਹ ਪ੍ਰੋਟੈਸਟ ਜਿਹੜਾ ਕੀਤਾ ਜਾ ਰਿਹਾ। ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲੁਧਿਆਣਾ ਦੇ ਘੰਟਾ ਘਰ ਦੀਆਂ। ਦੇਖ ਸਕਦੇ ਹੋ ਤੁਸੀਂ ਯੋਗੀ ਆਦਿੱਤਿਆਨਾਥ ਦੇ ਰੂਪ ਦੇ ਵਿੱਚ ਸਿੰਬੋਲਿਕ ਜੋਗੀ ਮਾਮਾ ਮਰ ਗਿਆ, ਉਹ ਮੋਦੀ ਮਾਮਾ ਮਰ ਗਿਆ, ਉਹ ਮੋਦੀ ਮਾਮਾ ਮਰ ਗਿਆ, ਉਹ ਜੋਗੀ ਮਾਮਾ ਮਰ ਗਿਆ, ਉਹ ਜੋਗੀ ਮਾਮਾ ਮਰ ਗਿਆ। ਤਸਵੀਰਾਂ ਦੇਖ ਸਕਦੇ ਹੋ ਤੁਸੀਂ। ਇਹ ਸਿੰਬੋਲਿਕ ਪ੍ਰੋਟੈਸਟ ਜਿਹੜਾ ਹੈ ਲੁਧਿਆਣਾ ਦੇ ਘੰਟਾ ਘਰ ਚੌਂਕ ਦੇ ਵਿੱਚ ਕੀਤਾ ਜਾ ਰਿਹਾ ਹੈ। ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੀ ਤਸਵੀਰ ਹੱਥ ਦੇ ਵਿੱਚ ਫੜੀ ਹੋਈ ਹੈ। ਭਾਰਤ ਦੇ ਪਾਰਲੀਮੈਂਟ ਦੀ ਤਸਵੀਰ ਹੈ, ਤਿਰੰਗੇ ਦੀ ਤਸਵੀਰ ਹੈ। ਸੰਵਿਧਾਨ ਰਚਣ ਵਾਲੇ ਬਾਬਾ ਸਾਹਿਬ ਅੰਬੇਦਕਰ ਦੀ ਅੱਜ ਇੱਥੇ ਗੱਲ ਹੋ ਰਹੀ ਹੈ ਔਰ ਭਾਜਪਾ ਔਰ ਮੋਦੀ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਦਲਿਤ ਵਰਗ ਜਿਹੜਾ ਅੱਜ ਸੜਕਾਂ ਦੇ ਉੱਤੇ ਹੈ, ਦਲਿਤ ਭਾਈਚਾਰਾ ਜਿਹੜਾ ਉਹ ਸੜਕਾਂ ਦੇ ਉੱਤੇ ਹੈ। ਕਾਰਨ ਸਾਫ਼ ਹੈ ਕਿ ਹਾਥਰਸ ਦੀ ਘਟਨਾ ਤੋਂ ਬਾਅਦ ਅੱਜ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਸੀ, ਜਿਸ ਤੋਂ ਬਾਅਦ ਹੁਣ ਗੁੱਸਾ ਜਿਹੜਾ ਹੈ, ਰੋਸ ਜਿਹੜਾ ਇਸ ਤਰੀਕੇ ਨਾਲ ਦਿਖਾਇਆ ਜਾ ਰਿਹਾ। ਕੈਮਰਾਮੈਨ ਨੂੰ ਕਹੂੰਗਾ ਕਿ ਇਸ ਰੋਸ ਦੀਆਂ ਤਸਵੀਰਾਂ ਤੁਹਾਡੇ ਤੱਕ
ਲਿਆਉਂਦੇ ਰਹਿਣਗੇ। ਘੰਟਾ ਘਰ ਚੌਂਕ ਦੇ ਆਸੇ-ਪਾਸੇ ਚੌੜਾ ਬਾਜ਼ਾਰ ਔਰ ਬਾਕੀ ਦੁਕਾਨਾਂ ਜਿਹੜੀਆਂ ਬੰਦ ਕਰਾਈਆਂ ਗਈਆਂ। ਸੋ ਤਸਵੀਰਾਂ ਦੇ ਵਿੱਚ ਤੁਸੀਂ ਇਹ ਦੇਖ ਪਾ ਰਹੇ ਹੋ। ਸੋ ਬਾਜ਼ਾਰ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾਉਣ ਦੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਇਸ ਇਲਾਕੇ ਦੇ ਵਿੱਚ ਅੱਜ ਬੰਦ ਦਾ ਸਮਰਥਨ, ਹਾਲਾਂਕਿ ਲੁਧਿਆਣਾ ਦੇ ਬਾਕੀ ਇਲਾਕਿਆਂ ਦੇ ਵਿੱਚ ਬੰਦ ਦਾ ਕੋਈ ਬਹੁਤਾ ਸਮਰਥਨ ਦੇਖਣ ਨੂੰ ਤੁਹਾਨੂੰ ਨਹੀਂ ਮਿਲੂਗਾ, ਪਰ ਇਸ ਇਲਾਕੇ ਦੇ ਵਿੱਚ ਲੁਧਿਆਣੇ ਦੇ ਵਿੱਚ ਤੁਹਾਨੂੰ ਬੰਦ ਦਾ ਪੂਰਨ ਸਮਰਥਨ ਦੇਖਣ ਨੂੰ ਮਿਲੂਗਾ। ਚੌੜਾ ਬਾਜ਼ਾਰ ਇਲਾਕੇ ਦੇ ਵਿੱਚ ਤੁਹਾਨੂੰ ਤਕਰੀਬਨ ਸਾਰੀਆਂ ਦੁਕਾਨਾਂ ਜਿਹੜੀਆਂ ਉਹ ਬੰਦ ਨਜ਼ਰ ਆਉਣਗੀਆਂ। ਸੋ ਇਹ ਵੀ ਤੁਹਾਨੂੰ ਦਿਖਾਵਾਂਗੇ, ਲਗਾਤਾਰ ਇਸ ਦੇ ਉੱਤੇ ਅਸੀਂ ਕਵਰੇਜ ਕਰਾਂਗੇ। ਕੈਮਰਾ ਪਰਸਨ ਰਾਜਵਿੰਦਰ ਟੋਨੀ ਦੇ ਨਾਲ ਸਿਮਰਨਜੋਤ ਸਿੰਘ, ਡੇਲੀ ਪੋਸਟ ਲੁਧਿਆਣਾ।